की गत नह को जाने, हर की गत नह को जाने। हर की गत नह को जाने, हर की गत नह को जाने। हर की गत नह को जाने, हर की गत नह को जाने। जोगी जति तपी पचहरे, जोगी जति तपी पचहरे। अर बहु लोग सियाने, हर की गत नह को जाने, हर की गत नह को जाने। छिन मेरा हो रंक को करही, जिस वेले सिर देने वाली गल आउंदी है ते कोई भी नवा व्यक्ति सतगुरां दे बचन ते आके ते सिर देने लई तैयार हो सकता है? कोल्ड ब्लडेड। कोई संघर्ष नहीं चल रहा, कोई मुकाबला नहीं चल रहा, कुछ मारिया नहीं जा रहा, हाँ जी, कोई मार काट की जा रही हो, ऐसा कुछ भी नहीं हो रहा, तो कोई अगे बढ़े तो आके अपना शीश भेंट करे, ये कौन करेगा? मैं ऐसा प्रतीत करदा संगत जी, जिस वे असीं विचारते हाँ, केवल वही करेगा जिसका अपने सतगुरां दे उपर पूरा विश्वास है, जिसका अपने सतगुरां दे उपर पूर्ण भरोसा है, जिसका अपने सतगुरां दे उपर पूरी शरधा है, जिहड़ा ये समझदा है कि सतगुरां ने जदों सिर मंगिया है तो मैं सिर भेंट करन तो इनकार नहीं करना, मैं पिछे नहीं हटना। मैं तो इत्थे कुछ बचन सतगुरां दे चेते करिया करदा, हाँ मन अरपी सब तन अरपी, अरपी सब देसा, हाँ सिर अरपी तिस मीत प्यारे। हाँ जी, कौन? जो प्रभ दे संदेशा, जिहड़ा परमेश्वर की गल सुनाउण वाला, मैं तो अपना सीस उहदे भेंट करदा हाँ। सतगुर आग्या सीस भेंट देओ, जे सतगुर सच है भाव है। अज भी असीं बचन चेते करते हाँ जी, आ भलके तुसीं रागी ਸਿੰਘਾਂ ਦੇ पासों सुणोगे हुण इस वेले समय नूं सुभाएमान करन दे वास्ते इन्हां शब्दां नूं दोहराया जाता है। कौन करेगा इन्हें? वही करेगा ਜਿਹੜਾ ਪਹਿਲਾਂ ਬਾਣੀ ਨਾਲ ਜੁੜਿਆ ਹੋਇਆ ਹੈ, ਜਿਸ ਦੇ ਅੰਦਰ ਸਤਿਗੁਰਾਂ ਦੇ ਪ੍ਰਤੀ ਸ਼ਰਧਾ ਹੈ। ਫਿਰ ਮੈਂ ਤਾਂ ਇੱਕ ਹੋਰ ਵਾਕਿਆ ਇਸ ਢੰਗ ਨਾਲ ਵੀ ਦੇਖਦਾ ਹਾਂ ਕਿ ਜਦੋਂ ਫਸਟ ਤੋਂ ਬਾਅਦ ਸੈਕੰਡ ਟਾਈਮ ਸਤਿਗੁਰੂ ਮਹਾਰਾਜ ਫਿਰ ਤਲਵਾਰ ਆਪਣੀ ਸੂਤ ਕੇ ਤੇ ਦੀਵਾਨ ਵਿੱਚ ਆਉਂਦੇ ਨੇ ਤੇ ਆਖਦੇ ਨੇ ਕੋਈ ਹੋਰ ਸਿੱਖ ਹੈ ਜਿਹੜਾ ਆਪਣਾ ਸੀਸ ਭੇਟ ਕਰੇ? ਤੇ ਫਿਰ ਭਾਈ ਧਰਮ ਚੰਦ ਜੀ ਆਉਂਦੇ ਨੇ ਉੱਠ ਕੇ। ਸਾਰੀ ਸੰਗਤ ਵਿੱਚੋਂ ਜਿਸ ਵੇਲੇ ਅੱਗੇ ਵੱਧ ਕੇ ਆਉਂਦੇ ਨੇ ਤੇ ਕਿਸੇ ਨੇ ਰੋਕਿਆ ਨਹੀਂ ਉਹਨਾਂ ਨੂੰ,
ਧਰਮਚੰਦਾ, ਜੇ ਅੱਗੇ ਕਿਸੇ ਪ੍ਰਕਾਰ ਦਾ ਭੁਲੇਖਾ ਸੀ ਤੇ ਹੁਣ ਤਾਂ ਭੁਲੇਖਾ ਨਹੀਂ ਨਾ ਹੈਗਾ। ਹੁਣ ਤਾਂ ਤਲਵਾਰ ਦੇ ਵਿੱਚੋਂ ਖੂਨ ਡ੍ਰਿਪ ਕਰ ਰਿਹਾ ਹੈ, ਡਿੱਗ ਰਿਹਾ ਹੈ, ਚੋਏ ਚੋਏ ਡਿੱਗ ਰਹੇ ਨੇ। ਹੁਣ ਤਾਂ ਕੋਈ ਓਲਾ ਨਹੀਂ ਹੈਗਾ ਨਾ। ਤੇ ਧਰਮਚੰਦ ਫਿਰ ਕਿਸੇ ਦੇ ਰੋਕਿਆਂ ਰੁਕੇ, ਕਿਸੇ ਦੇ ਸਮਝਾਇਆ ਸਮਝੇ। ਉਹਨਾਂ ਦੇ ਕਰਮਾਂ ਦੇ ਕਦਮਾਂ ਦੇ ਵਿੱਚ ਕੋਈ ਰੋਕ ਪਈ? ਉਹਨਾਂ ਨੇ ਕੋਈ ਝਿਜਕ ਵਿਖਾਈ ਕਿ ਹਾਂ ਸਤਿਗੁਰਾਂ ਦੇ ਹੱਥ ਵਿੱਚ ਤਲਵਾਰ ਹੈ ਜਿਹੜੀ ਮੌਤ ਦਾ ਸੂਚਕ ਹੈ? ਬਲਕਿ ਮੈਂ ਅਨੁਭਵ ਕਰਦਾ ਕਿ ਉਹਨਾਂ ਨੇ ਤਾਂ ਇਉਂ ਆਖਿਆ, ਹਾਂ ਉਹਨਾਂ ਦੇ ਹੱਥ ਵਿੱਚ ਤਲਵਾਰ ਹੈ। ਦੁਨੀਆ ਦੇ ਵਿੱਚ ਤਲਵਾਰ ਮੌਤ ਦੀ ਸੂਚਕ ਹੈ, ਪਰ ਇਸ ਵੇਲੇ ਤਲਵਾਰ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ। ਉਹਨਾਂ ਦੇ ਹੱਥ ਵਿੱਚ ਆਈ ਹੋਈ ਤਲਵਾਰ ਮੌਤ ਦੀ ਸੂਚਕ ਨਹੀਂ, ਉਹ ਤਾਂ ਸਦਾ ਲਈ ਜ਼ਿੰਦਗਾਨੀ ਦੇਣ ਵਾਲੀ ਹੈ, ਸਦਾ ਲਈ ਅਮਰ ਕਰ ਦੇਣ ਵਾਲੀ ਹੈ। ਤੁਸੀਂ ਕਹੋਗੇ ਮੇਰਾ ਅਨੁਭਵ ਹੈ, ਹਾਂ, ਪਰ ਤੁਸੀਂ ਵਿਚਾਰ ਕਰਿਓ ਜੇ ਇਹ ਵਿਸ਼ਵਾਸ ਨਾ ਹੋਵੇ ਤੇ ਕੋਈ ਧਰਮਚੰਦ ਆਪਣਾ ਸੀਸ ਭੇਟ ਕਰੇ? ਫਿਰ ਥੋੜ੍ਹਾ ਜਿਹਾ ਹੋਰ ਇਸ 'ਤੇ ਅਗਾਂਹ ਗੰਭੀਰਤਾ ਨਾਲ ਜਿਸ ਵੇਲੇ ਅਸੀਂ ਵਿਚਾਰਾਂਗੇ, ਫਿਰ ਸਾਡੇ ਸਾਹਮਣੇ ਹੋਰ ਭੇਤ ਖੁੱਲ੍ਹਦੇ ਨੇ ਕਿ ਸਤਿਗੁਰੂ ਮਹਾਰਾਜ ਨੇ ਇਹਨਾਂ ਪੰਜਾਂ ਨੂੰ ਤਿਆਰ ਬਰ ਤਿਆਰ ਕੀਤਾ, ਸਾਰਿਆਂ ਵਿੱਚ ਡਿਕਲੇਅਰ ਕੀਤਾ ਕਿ ਇਹ ਮੇਰੇ 5 ਬਿਲਵਡ ਵਨਸ ਨੇ, ਸਾਡੇ 5 ਪਿਆਰੇ ਨੇ। ਇਹ ਸਤਿਗੁਰਾਂ ਨੇ ਲਕਬ ਕਿਸੇ ਹੋਰ ਨੂੰ ਨਹੀਂ ਦਿੱਤਾ, ਦੇ ਕੇ ਫਿਰ ਆਪਣੀ ਥਾਂ 'ਤੇ ਖੜਾ ਕਰਦੇ ਨੇ ਤੇ ਆਖਦੇ ਨੇ ਕਿ ਹੁਣ ਤੁਸੀਂ ਸਾਨੂੰ ਅੰਮ੍ਰਿਤ ਛਕਾਓ ਜਿਵੇਂ ਅਸਾਂ ਨੇ ਤੁਹਾਨੂੰ ਛਕਾਇਆ। ਅਸੀਂ ਸਾਰੇ ਮੰਨਦੇ ਹਾਂ ਨਾ, ਅਸੀਂ ਸਾਰੇ ਯਕੀਨ ਕਰਦੇ ਹਾਂ ਕਿ ਉਸ ਵੇਲੇ ਐਸਾ ਹੀ ਹੋਇਆ ਕਿ ਫਿਰ ਪੰਜਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਿਆ। ਫਿਰ ਕੇਵਲ ਉਦੋਂ ਹੀ ਬਾਟਾ ਤਿਆਰ ਨਹੀਂ ਕੀਤਾ, ਫਿਰ ਜਿਹੜੇ 80,000 ਦਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਤਕਰੀਬਨ 3, 4, 5 ਦਿਨ ਲਗਾਤਾਰ ਸੰਗਤਾਂ ਦੇ ਵਿੱਚ ਪ੍ਰਵਾਹ ਚੱਲਦਾ ਰਿਹਾ ਅੰਮ੍ਰਿਤ ਛਕਣ ਦਾ, ਤੇ ਇਨ ਦੀ ਐਂਡ 20,000 ਤੱਕ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਤਿਆਰ ਕਿਹਨੇ ਕੀਤਾ ਫਿਰ ਮੁੜ ਕੇ? ਭਾਈ ਦਇਆ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ ਹੋਰਾਂ ਨੇ ਫਸਟ ਟਾਈਮ ਤਾਂ ਉਹਨਾਂ ਤਿਆਰ ਕੀਤਾ ਨਾ, ਤੇ ਫਰਦਰ ਫਿਰ ਕਿਹਨਾਂ ਨੇ ਤਿਆਰ ਕੀਤਾ? ਕਿ ਇਹ 5 ਹੀ ਕੇਵਲ ਤਿਆਰ ਕਰਦੇ ਰਹੇ? ਨਹੀਂ, ਕਿੰਨੇ ਸਾਰੇ ਜਥੇ ਬਣ ਗਏ। ਹੁਣ ਜਦੋਂ ਅਸੀਂ ਐਂ ਗੱਲ ਨੂੰ ਵਿਚਾਰਾਂਗੇ, ਇਤਿਹਾਸਕ ਬਾਤ ਹੈ, ਕਿੰਨੇ ਸਾਰੇ ਜਥੇ ਬਣ ਗਏ ਤੇ ਅੰਮ੍ਰਿਤ ਤਿਆਰ ਕਰਨ ਲੱਗਿਆਂ ਜਪ ਦਾ ਪਾਠ ਕੀਤਾ ਜਾਂਦਾ ਹੈ, ਜਾਪ ਦਾ ਪਾਠ ਕੀਤਾ ਜਾਂਦਾ ਹੈ, ਸਵਈਆਂ ਦਾ ਪਾਠ ਕੀਤਾ ਜਾਂਦਾ ਹੈ, ਹਾਂਜੀ, ਆਨੰਦ ਦਾ ਪਾਠ ਕੀਤਾ ਜਾਂਦਾ ਹੈ, ਚੌਪਈ ਦਾ ਪਾਠ ਕੀਤਾ ਜਾਂਦਾ ਹੈ। ਕਰਨਾ ਤਾਂ ਜ਼ਬਾਨੀ ਹੁੰਦਾ ਹੈ ਨਾ, ਕਿ ਗੁੱਟ ਕੇ ਪੋਥੀਆਂ ਫੜ ਕੇ ਕੀਤਾ ਜਾਂਦਾ ਹੈ? ਕੀ ਇਵੇਂ ਸੰਭਵ ਹੈ? ਤੇ ਹੁਣ ਜਪ ਦਾ ਪਾਠ ਜਿਸ ਨੂੰ ਯਾਦ ਹੋਵੇਗਾ ਉਹੀ ਵਿੱਚ ਤਿਆਰੀ ਵਿੱਚ ਹਿੱਸਾ ਲੈ ਸਕਦਾ ਹੈ ਨਾ। ਜਾਪ ਸਾਹਿਬ ਦਾ ਪਾਠ ਜਿਸ ਨੂੰ ਯਾਦ ਹੋਵੇਗਾ ਉਹੀ ਹਿੱਸਾ ਲੈ ਸਕਦਾ ਹੈ ਨਾ। ਤੇ ਜਾਪ ਕਿੰਨੇ ਚਿਰ ਵਿੱਚ ਜ਼ਬਾਨੀ ਯਾਦ ਹੋ ਸਕਦਾ ਭਲਾ? ਹਾਂਜੀ, ਅੰਦਾਜ਼ਾ ਕਰੋ ਕਿੰਨੇ ਚਿਰ ਵਿੱਚ ਜ਼ਬਾਨੀ ਯਾਦ ਹੋ ਸਕਦਾ ਹੈ। ਦਰਅਸਲ ਜਦੋਂ ਇੱਕ ਤੋਂ ਵਧੇਕ ਜਥੇ ਬਣ ਗਏ ਤੇ ਅੰਮ੍ਰਿਤ ਪ੍ਰਵਾਹ ਦਾ ਨਾ, ਅੰਮ੍ਰਿਤ ਛਕਾਉਣ ਵਾਲਿਆਂ ਦੇ ਪ੍ਰਵਾਹ ਹੀ ਚੱਲਦਾ ਰਿਹਾ, ਹਜ਼ਾਰਾਂ ਨੇ, 20,000 ਤੋਂ ਵਧੇਕ ਨੇ ਅੰਮ੍ਰਿਤ ਪਾਨ ਕੀਤਾ ਉਸ ਵੇਲੇ, ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਵੇਲੇ ਇਸ ਕਾਰਜ ਤੋਂ ਪਹਿਲਾਂ, ਅੱਜ ਦੇ ਦਿਨ ਤੋਂ, ਵਿਸਾਖੀ ਵਾਲੇ ਦਿਨ ਤੋਂ ਪਹਿਲਾਂ ਵੀ ਗੁਰੂ ਕੇ ਸਿੱਖ ਨਿਤਨੇਮੀ ਹੋਇਆ ਕਰਦੇ ਸਨ, ਬਾਣੀ ਪੜ੍ਹਿਆ ਕਰਦੇ ਸਨ। ਇਹਨਾਂ ਸਾਰਿਆਂ ਨੂੰ ਬਾਣੀ ਯਾਦ ਸੀ ਔਰ ਸਾਰੇ ਤਿਆਰ ਬਰ ਤਿਆਰ ਸਨ। ਤੁਸੀਂ ਵਿਚਾਰਿਓ ਜੇ ਗੰਭੀਰਤਾ ਨਾਲ, ਇਹ ਅਚਨਚੇਤ ਨਹੀਂ ਕੁਛ ਹੋਇਆ ਕਿ ਅਚਾਨਕ ਹੀ ਇੱਕੋ ਦਿਨ ਹੀ ਨਾ ਸਾਰਾ ਕੁਝ ਕਰ ਲਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਸ਼ਬਦ ਦੇ ਲੜ ਲਗਾਇਆ ਔਰ ਕੇਵਲ ਵਕਤੀ ਤੌਰ 'ਤੇ ਹੀ ਇੱਕ ਸਟੇਟਮੈਂਟ ਨਹੀਂ ਦਿੱਤੀ, ਇੱਕ ਬਚਨ ਨਹੀਂ ਸੁਣਾਇਆ, ਬਲਕਿ ਜੋ ਸਟੇਟਮੈਂਟ ਦਿੱਤੀ, ਜੋ ਬਚਨ ਸੁਣਾਇਆ, ਉਹ ਬਚਨ ਲਿਖ ਦਿੱਤਾ, ਲਿਖ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ। 5ਵੇਂ ਪਾਤਸ਼ਾਹ ਮਹਾਰਾਜ ਨੇ ਪਾਵਨ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦਾ ਉਸ ਵੇਲੇ ਨਾਮ ਜਿਹੜਾ ਸੀ ਪੋਥੀ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਕਰ ਦਿੱਤਾ, ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ। 10ਮ ਪਾਤਸ਼ਾਹ ਮਹਾਰਾਜ ਨੇ
ਨੌਵੇਂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਸ਼ਾਮਲ ਕਰ ਦਿੱਤੀ। ਗ੍ਰੰਥ ਸਾਹਿਬ ਜੀ ਸੰਪੂਰਨ ਹੋ ਗਏ, ਸਿਰਫ ਗੁਰੂ ਗ੍ਰੰਥ ਸਾਹਿਬ ਕਹਿਣਾ ਹੀ ਬਾਕੀ ਰਹਿ ਗਿਆ। ਸਾਰੀਆਂ ਤਿਆਰੀਆਂ ਹੋ ਗਈਆਂ ਨੇ। ਔਰ ਜਿਹੜੀ ਗੱਲ ਹੈਗੀ ਹੈ ਕਿ ਭਾਈ ਦਇਆ ਰਾਮ ਆਖਦੇ ਨੇ ਵੀ ਹਾਥ ਹਮਾਰਾ ਤੋਲੇ ਤਕੜੀ ਨੰਗੀ ਕਰਦ ਕभी नहीं पकड़ी, ਚਿੜੀ ਉੜੇ ਡਰ ਸੇ ਮਰ ਜਾऊं, ਮੁਗਲਨ ਸੇ ਕੈਸੇ ਟਕਰਾऊं। ਤੇ ਮੈਂ ਧਿਆਨ ਕਰਦਾ ਕਿ 6ਵੇਂ ਪਾਤਸ਼ਾਹ ਮਹਾਰਾਜ ਨੇ 4 ਲੜਾਈਆਂ ਲੜੀਆਂ, ਉਹਨਾਂ ਨੂੰ ਲੜਨੀਆਂ ਪਈਆਂ। ਉਹ ਲੜਾਈਆਂ ਕਾਹਦੇ ਨਾਲ ਲੜੀਆਂ ਗਈਆਂ? ਹਾਂਜੀ, ਸਿਰਫ ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ, ਤੇ ਮੀਰੀ ਪੀਰੀ ਦੇ ਮਾਲਕ ਇਕੱਲੇ ਹੀ ਤਲਵਾਰਾਂ ਘੁਮਾਉਂਦੇ ਰਹੇ ਕਿ ਉਹਨਾਂ ਦੇ ਥੱਲੇ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹਾ ਤੇ ਹੋਰ ਜਿਹੜੇ ਸਨ ਜਰਨੈਲ ਸਨ, ਭਾਈ ਸਿੰਗਾਰੂ ਵਰਗੇ, ਹਾਂਜੀ, ਉਹਨਾਂ ਦੀ ਕਮਾਂਡ ਥੱਲੇ ਸੈਂਕੜੇ ਹੀ ਨਹੀਂ ਹਜ਼ਾਰਾਂ ਸਿੱਖ ਜਿਹੜੇ ਸਨ ਸ਼ਸਤਰਧਾਰੀ ਹੋ ਕੇ ਤੇ ਲੜੇ ਸਾਰੇ। 7ਵੇਂ ਪਾਤਸ਼ਾਹ ਜੀ ਦੇ ਵੇਲੇ ਹਰ ਵੇਲੇ 2200 ਤਿਆਰ ਬਰਤਿਆਰ ਸਿੱਖ ਸਤਿਗੁਰਾਂ ਦੀ ਅਰਦਲ ਵਿੱਚ ਰਹਿਣ ਵਾਲੇ ਹਰ ਸਮੇਂ। ਤੇ ਕੇਵਲ ਉਹੀ ਜਿਹੜੇ ਪਹਿਲੇ ਦਿਨ ਦਾਖਲ ਹੋਏ ਨਹੀਂ, ਇਹ ਨਹੀਂ ਬਾਤ ਹੈ। ਸਾਰੇ ਜਿਹੜੇ ਗੁਰੂ ਕੇ ਸਿੱਖ ਸਨ ਨਾ, ਉਹ ਤਿਆਰ ਬਰਤਿਆਰ ਹੋ ਕੇ ਹੀ ਵਿਚਰਦੇ ਹੁੰਦੇ ਸਨ। ਅਸੀਂ ਇਹ ਪੱਖ ਜਿਹੜਾ ਹੈ ਨਾ ਅਣਜਾਣੇ ਵਿੱਚ ਬੇਧਿਆਨਾ ਕਰ ਗਏ ਹਾਂ ਅਸੀਂ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਨਦੌਣ ਦੀ ਲੜਾਈ ਵਿੱਚ ਹਿੱਸਾ ਲਿਆ, ਨਦੌਣ ਦੀ ਲੜਾਈ ਜਿਨ੍ਹਾਂ ਨੂੰ ਲੜਨੀ ਪਈ, ਭੰਗਾਣੀ ਦਾ ਯੁੱਧ ਲੜਨਾ ਪਿਆ। ਮੈਂ ਐਸਾ ਪ੍ਰਤੀਤ ਕਰਦਾ, ਸਾਡਾ ਇਤਿਹਾਸ ਵੀ ਸਾਨੂੰ ਚਿੰਨ੍ਹ ਦਿੰਦਾ ਹੈ ਕਿ ਇਹ ਭਾਈ ਦਇਆ ਰਾਮ ਜੀ ਉਹਨਾਂ ਲੜਾਈਆਂ ਵਿੱਚ ਸ਼ਾਮਲ ਨੇ, ਧਰਮ ਚੰਦ ਜੀ ਉਹਨਾਂ ਲੜਾਈਆਂ ਵਿੱਚ ਸ਼ਾਮਲ ਨੇ। ਗੈਰ ਨਹੀਂ ਸਨ, ਓਪਰੇ ਨਹੀਂ ਸਨ, ਕੱਚੇ ਪਿੱਲੇ ਨਹੀਂ ਸਨ, ਅਧੂਰੇ ਨਹੀਂ ਸਨ। ਉਹ ਸਾਰੇ ਇਸ ਸ਼ਬਦ ਦਾ ਪਾਠ ਕਰਨ ਵਾਲੇ ਨੇ। ਸਤਿਗੁਰ ਮੇਰਾ ਬੇਮੁਹਤਾਜ, ਹਾਂਜੀ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਜ਼ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ। हर की गत नह को जाने, हर की गत नह को जाने। हर की गत नह को जाने, हर की गत नह को जाने। गत नह को जाने, हर की गत नह को जाने। जोगी जति तपी पच हरे, जोगी जति तपी पच हरे। अर बहु लोग सियाने, हर की गत नह को जाने, हर की गत नह को जाने।
छिन मेरा हो रंक को करही, छिन मेरा हो रंक को दे परे अपनी माया आप पसारी, अपनी माया आप पसारी, आप देखण हारा, आप अपनी माया आप पसारी, आपे देखण हारा, नाना रूप धरे बहुरंगी, नाना रूप धरे बहुरंगी, गमवनि जनि जबानि दबम बगरे सा, गम पानि जनि जनि सा, नाना रूप धरे बहुरंगी, सब तेरे है निरारा, हर की गत ने को जाने, हर की गत ने को जाने, जोगी जति तपी पद हारे, जोगी जति तपी पद हारे, और बहु लोग सियाने, हर की गत ने को जाने, हर की गत ने को जाने। अगणित अपार अलख निरंजन, अगणित अपार अलख निरंजन, जे सब जग परमायो, सगल भरम तज नानक प्राणी, सगल भवन तज नानक चरण ताहे चित लायो, हर की गत ने को जाने, हर की गत
बाट हरे पर वो लोग सियाने, हर की गत न को जाने, हर की गत न, हर की गत न, हर की गत न को जाने। ਸਮੂਹ ਸਾਧ ਸੰਗਤਾਂ ਨੂੰ ਖਾਲਸਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਸੋ ਅਸੀਂ ਦੇਖ ਰਹੇ ਹਾਂ ਕਿ ਪ੍ਰਦੇਸਾਂ ਦੇ ਵਿੱਚ ਜਿੱਦਾਂ ਗੁਰੂ ਘਰਾਂ ਦੇ ਵਿੱਚ ਇੰਨਾ ਉਤਸ਼ਾਹ ਦੇਖ ਕੇ ਬਹੁਤ ਵਧੀਆ ਲੱਗਦਾ ਆ। ਸੋ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ। ਛੋਟੇ-ਛੋਟੇ ਬੱਚੇ ਜਦੋਂ ਗੁਰੂ ਘਰ ਵਿੱਚ ਆ ਕੇ ਸ਼ਬਦ ਕੀਰਤਨ ਕਰਦੇ ਆ, ਇੰਨਾ ਉਤਸ਼ਾਹ ਮਿਲਦਾ ਬੱਚਿਆਂ ਨੂੰ। ਸਾਰਾ ਆਪਾਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜੀਏ ਅਤੇ ਇਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜ ਕੇ ਇਹਨਾਂ ਦਾ ਉਤਸ਼ਾਹ ਵਧਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਸਮੂਹ ਸੰਗਤਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਦੀਆਂ ਸੰਗਤਾਂ ਵੱਲੋਂ, ਸਮੂਹ ਮੈਨੇਜਮੈਂਟ ਵੱਲੋਂ, ਜੋ ਕਿ ਅੱਜ ਬੜੀ ਉਤਸ਼ਾਹ ਦੇ ਨਾਲ ਜੋ ਇਸ ਪਾਵਨ ਸਥਾਨ 'ਤੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ ਦੀਵਾਨ ਸਜੇ ਹਨ। ਸੰਗਤਾਂ ਨੇ ਤਨੋਂ ਮਨੋਂ ਧਨੋਂ ਹੋ ਕੇ ਸੇਵਾਵਾਂ ਕੀਤੀਆਂ ਹਨ। ਸਾਹਿਬ ਜੀ ਇਸੇ ਤਰ੍ਹਾਂ ਰਹਿਮਤ ਕਰਨ, ਆਪਣੇ ਖਾਲਸੇ ਪੰਥ ਨੂੰ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗ 'ਤੇ ਦੀਵਾਰ ਰਹੇ ਪੰਥ ਮਹਾਰਾਜ ਕੇ। ਇਸੇ ਤਰ੍ਹਾਂ ਚੜ੍ਹਦੀਆਂ ਕਲਾ ਸਮੂਹ ਸੰਗਤਾਂ ਨੂੰ, ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਾਹਿਬ ਜੀ ਬਖਸ਼ਦੇ ਰਹਿਣ। ਸੋ ਸਮੂਹ ਸੰਗਤਾਂ ਨੂੰ ਫਿਰ ਇੱਕ ਵਾਰੀ ਬਹੁਤ-ਬਹੁਤ ਵਧਾਈਆਂ ਖਾਲਸਾ ਸਾਜਨ ਦਿਵਸ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ, ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਗੁਰਦੁਆਰਾ ਸਾਹਿਬ ਦੀ ਸਾਧ ਸੰਗਤ ਵੱਲੋਂ ਖਾਲਸਾ ਜਨਮ ਦਿਨ ਦੀ ਅਤੇ ਵਿਸਾਖੀ ਦੀ ਲੱਖ-ਲੱਖ ਵਧਾਈ ਦਿੰਦਾ ਹਾਂ। ਮੈਂ ਸਿਰਫ ਤੁਹਾਨੂੰ ਬੱਚਿਆਂ ਬਾਰੇ ਕਹਾਂ ਕਿਉਂਕਿ ਜਦੋਂ ਸਕੂਲ ਦਾ ਕੰਮ ਸ਼ੁਰੂ ਹੋਇਆ ਤੇ ਸਾਡੇ ਕੋਲ ਸਟੂਡੈਂਟ ਬਹੁਤ ਥੋੜੇ ਸੀਗੇ, ਪਰ ਵੱਧਦੇ ਹੁਣ ਇਸ ਟਾਈਮ ਸਾਡੇ ਕੋਲ ਤਕਰੀਬਨ 40 ਸਟੂਡੈਂਟ ਗੁਰਦੁਆਰਾ ਸਕੂਲ ਵਿੱਚ ਹੈਗੇ, ਗੁਰਮਤਿ ਸਕੂਲ ਵਿੱਚ ਹੈਗੇ। ਜੋ ਵੀ ਸਾਡੇ ਭੈਣਾਂ ਮਾਤਾਵਾਂ ਜੋ ਚਾਹੁੰਦੇ ਹੋਣ ਕਿ ਬੱਚਿਆਂ ਨੂੰ ਲੈ ਕੇ ਆਉਣ ਸਕੂਲ ਵਿੱਚ, ਅਗਰ ਜੇ ਸੀਟਾਂ ਖਾਲੀ ਹੋਣ ਤਾਂ ਮੈਨੂੰ ਲੱਗਦਾ ਹੁਣ ਵੀ ਉਹਨਾਂ ਕੋਲ ਚਾਂਸ ਹੋਏਗੀ ਕਿ ਉਹਨਾਂ ਨੂੰ ਪੰਜਾਬੀ ਸਿਖਾਉਣ ਜਾਂ ਗੁਰਬਾਣੀ ਨਾਲ ਜੋੜਨ, ਕਿਉਂਕਿ ਇਹ ਬੜੀ ਅੱਛੀ ਓਪਰਚੁਨਿਟੀ ਹੈਗੀ। ਜਿਸ ਟਾਈਮ ਮੇਰੇ ਬੱਚੇ ਸੀਗੇ ਇਹੋ ਜਿਹੀ ਓਪਰਚੁਨਿਟੀਆਂ ਨਹੀਂ ਸੀਗੇ, ਅੱਜ ਉਹਨਾਂ ਨੂੰ ਕੋਈ ਵੀ ਲਫ਼ਜ਼ ਪੰਜਾਬੀ ਦਾ ਨਹੀਂ ਆਉਂਦਾ ਹੈਗਾ। ਇੱਥੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਜੋ ਅਸੀਂ ਉਪਰਾਲਾ ਕੀਤਾ ਔਰ ਜੋ ਇਹ ਗੁਰੂ ਘਰ ਦੀ ਸਥਾਪਨਾ ਕੀਤੀ, ਅੱਜ ਉਸ ਦਾ ਨਤੀਜਾ ਇਹੀ ਨਿਕਲ ਰਿਹਾ ਹੈਗਾ ਕਿ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੈਗਾ, ਪੰਜਾਬੀ ਸਿਖਾ ਰਹੇ ਹੈਗੇ, ਉਹਨਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਹੈਗੇ। ਅਤੇ ਮੈਂ ਇਸੇ ਤਰ੍ਹਾਂ ਸਰਦਾਰ ਹਰਮੀਤ ਸਿੰਘ ਜੀ, ਕੁਲਜੀਤ ਕੌਰ ਅਤੇ ਦਿਨੀ ਕੌਰ ਔਰ ਜੋ ਵੀ ਟੀਚਰ ਹੈਗੇ ਜੋ ਇਸ ਪ੍ਰੋਸੈਸ ਵਿੱਚ ਇਨਵੋਲਵ ਹੈਗੇ, ਦਾਸ ਉਹਨਾਂ ਦਾ ਗੁਰਦੁਆਰਾ ਸਾਹਿਬ ਦੀ ਸਾਧ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਧੰਨਵਾਦ ਕਰਦਾ ਹੈ ਔਰ ਇਸ ਤਰ੍ਹਾਂ ਉਮੀਦ ਕਰਦਾ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਰਹਿਣ। ਅਤੇ ਪਿਛਲੇ ਵਾਰ ਮੈਂ ਹਰਮੀਤ ਜੀ ਉਹਨਾਂ ਨੂੰ ਬੱਚਿਆਂ ਵਾਸਤੇ $500 ਗੁਰਦੁਆਰਾ ਸਾਹਿਬ ਵੱਲੋਂ ਇਨਾਮ ਦਿੱਤਾ ਸੀ। ਇਸ ਵਾਰ ਮੈਂ ਫਿਰ ਹਰਮੀਤ ਜੀ ਨੂੰ ਕਹਿੰਦਾ ਕਿ ਸਟੇਜ 'ਤੇ ਆ ਕੇ ਸਰਦਾਰ ਦਿਆਲ ਸਿੰਘ ਹੋਰਾਂ ਕੋਲੋਂ $500 ਦਾ ਇਨਾਮ ਲੈ ਜਾਣ। ਅਤੇ ਪਿਛਲੀ ਵਾਰ ਦਾ ਵੀ ਜੋ ਇਨਾਮ ਸੀਗਾ ਉਹਨਾਂ ਨੇ ਆਪਣੇ ਕੋਲ ਸੰਭਾਲਿਆ ਹੋਇਆ ਹੈ। ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜੋ ਸਮਰ ਕੈਂਪ ਹੋਏਗਾ ਅਸੀਂ ਇਹ ਪੈਸੇ ਜਿਹੜੇ ਹੈਗੇ ਬੱਚਿਆਂ ਦੇ ਸਮਰ ਕੈਂਪ 'ਤੇ ਖਰਚਾ ਕਰਾਂਗੇ, ਜੋ ਉਹਨਾਂ ਨੂੰ ਬਾਹਰ ਲੈ ਜਾਣਗੇ ਜਾਂ ਮਿਊਜ਼ੀਅਮ ਦਿਖਾਉਣਗੇ ਜਾਂ ਉਹਨਾਂ ਨੂੰ ਗੇਮਾਂ ਖਿਡਾਉਣਗੇ ਅਤੇ ਉੱਥੇ ਉਹ ਖਰਚਾ ਕਰਨਗੇ। ਦਾਸ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ ਦਿਵਸ ਦੀ ਸਰਬੱਤ ਸਾਧ ਸੰਗਤ ਜੀ ਨੂੰ ਲੱਖ-ਲੱਖ ਵਧਾਈ ਹੋਵੇ। ਉਪਰੰਤ ਗੁਰੂ ਰੂਪ ਸਾਧ ਸੰਗਤ ਜੀਓ, ਇਹ ਜੋ ਬੱਚਿਆਂ ਦਾ ਤੁਸੀਂ ਨੇ ਪ੍ਰੋਗਰਾਮ ਦੇਖਿਆ, ਇਹ 6 ਹਫ਼ਤਿਆਂ ਦੇ ਅੰਦਰ ਇਹ ਬੱਚੇ ਇਸ ਸਟੇਜ 'ਤੇ ਪਹੁੰਚੇ ਨੇ। ਸੋ ਮੈਂ ਉਹਨਾਂ ਮਾਂ ਪਿਓਆਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਟਾਈਮ ਦੇ ਕੇ ਸਕੂਲ ਦੇ ਚਾਰਟ ਦੇ ਮੁਤਾਬਕ ਇੱਥੇ ਪਹੁੰਚਾ ਕੇ ਇੱਥੋਂ ਲੈ ਕੇ ਗਏ ਨੇ ਔਰ ਇਹਨਾਂ ਦੇ ਨਾਲ ਬਰਾਬਰ ਦੀ ਮਿਹਨਤ ਕੀਤੀ ਹੈ। ਜਿਤਨਾ ਧੰਨਵਾਦ ਟੀਚਰਾਂ ਦਾ ਹੈ, ਉਤਨਾ ਧੰਨਵਾਦ ਹੀ ਮਾਪਿਆਂ ਦਾ ਹੈ। ਮੈਂ ਬਾਣੀ ਨਾਲ ਜੁੜਨਾ, ਬਾਣੀ ਔਰ ਆਪਣੇ ਕਲਚਰ ਦੇ ਨਾਲ ਜੁੜਨਾ, ਇਹ ਬਹੁਤ ਇੱਕ ਵੱਡੀ ਦਾਤ ਹੈ, ਬਹੁਤ ਇੱਕ ਵੱਡਾ ਕਰਮ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਹ ਵਿਦਿਆ ਹੈ, ਇੱਕ ਵਿਦਿਆ ਤੁਸੀਂ ਸਕੂਲਾਂ 'ਚ ਆਪਣੇ
ਜੀਵਨ ਨੂੰ ਸਫਲ ਕਰਨ ਵਾਸਤੇ ਹੈ। ਇੱਕ ਵਿਦਿਆ ਜਿਹੜੀ ਤੁਹਾਨੂੰ ਧਾਰਮਿਕ ਵਿਦਿਆ ਹੈ ਉਹ ਗੁਰਦੁਆਰਿਆਂ ਦੇ ਸਕੂਲਾਂ ਤੋਂ ਉੱਥੋਂ ਮਿਲਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਪ੍ਰਵਾਨਗੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਹ ਖਾਲਸਾ ਚਾਲਨਾ ਦਿਵਸ ਵੈਸਾਖੀ ਜੋ ਹਜ਼ਾਰਾਂ ਸਾਲਾਂ ਤੋਂ ਸਾਡੇ ਸਮਾਜ ਵਿੱਚ ਇੱਕ ਸਾਂਝਾ ਤਿਉਹਾਰ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਖਾਸ ਕਰਕੇ ਪੰਜਾਬੀਆਂ ਵਿੱਚ ਅਤੇ ਸਾਰੇ ਭਾਰਤ ਵਿੱਚ ਇਹ ਦਿਨ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਪਰ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਨੂੰ ਮੁੱਖ ਰੱਖਦੇ ਹੋਇਆਂ ਜੋ ਉਸ ਦਿਨ ਤਕਰੀਬਨ 80,000 ਦੀ ਤਾਦਾਦ ਵਿੱਚ ਇੱਕ ਨਵਾਂ ਪੰਥ ਖਾਲਸਾ ਪੰਥ ਸਾਜਿਆ, ਜੋ ਅੱਜ 324 ਸਾਲਾਂ ਤੋਂ ਅਤੇ ਉਸ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਇਹ ਦਿਨ ਵਿਸਾਖੀ ਦੇ ਨਾਮ ਤੇ ਅਤੇ ਖਾਲਸਾ ਸਾਜਨਾ ਦਿਵਸ ਦੇ ਨਾਮ ਤੇ ਮਨਾਇਆ ਜਾ ਰਿਹਾ ਹੈ। ਅੱਜ ਸਾਰੇ ਸੰਸਾਰ ਵਿੱਚ ਇਹ ਦਿਨ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਖਾਸ ਕਰਕੇ ਗੁਰੂ ਨਾਨਕ ਨਾਮ ਲੈਵਾ ਜਿੱਥੇ ਵੀ ਰਹਿੰਦੇ ਨੇ ਉਹ ਵੀ ਇਸ ਦਿਨ ਨੂੰ ਬਹੁਤ ਹੀ ਸ਼ਰਧਾਪੂਰਵਕ ਮਨਾਉਂਦੇ ਨੇ। ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਦੇ ਸਮਾਗਮ ਵਿੱਚ ਸਾਡੇ ਪਾਸ ਦੋ ਮਹਿਮਾਨ ਆਏ ਹੋਏ ਨੇ। ਇੱਕ ਸ਼੍ਰੀ ਰਣਧੀਰ ਜੈਸਵਾਲ, ਇੰਡੀਅਨ ਕੌਂਸੂਲੇਟ, ਜੋ ਹਮੇਸ਼ਾ ਇਸ ਗੁਰੂ ਘਰ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਭਾਵੇਂ ਥੋੜੇ ਸਮੇਂ ਵਾਸਤੇ ਅਸੀਂ ਗੁਰੂ ਦੀ ਹਜ਼ੂਰੀ ਜਾ ਕੇ ਸੰਗਤਾਂ ਦੇ ਦਰਸ਼ਨ ਕਰੀਏ। ਸੋ ਉਹਨਾਂ ਨੇ ਸਿਰਫ 5-7 ਮਿੰਟਾਂ ਵਾਸਤੇ ਆਏ ਨੇ। ਆਪ ਸਾਰੀ ਸੰਗਤ ਦੇ ਦਰਸ਼ਨ ਕਰਨਗੇ ਅਤੇ ਨਾਲ ਹੀ ਡਾਕਟਰ ਪਰਮਜੀਤ ਸਿੰਘ ਜੀ ਸਰਹੋਆ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਅਤੇ ਧਰਮ ਪ੍ਰਚਾਰਕ, ਜੋ ਉਹ ਵੀ ਅਮਰੀਕਾ ਦੇ ਦੌਰੇ ਤੇ ਆਏ ਸਨ। ਸੋ ਉਹਨਾਂ ਨੂੰ ਬੇਨਤੀ ਕੀਤੀ ਸੀ, ਸੋ ਉਹ ਵੀ ਅੱਜ दरबार में होने पहुंचे रहे। बैसाखी के शुभ अवसर पर आप सभी को इंडियन कॉन्सुलेट की तरफ से बहुत बहुत मुबारक, बहुत बहुत बधाई। आज न्यूयॉर्क शहर में हमारे विदेश मंत्री भी हैं डॉक्टर एस जयशंकर, उन्होंने भी मेरे मार्फत आप सभी लोगों के लिए बैसाखी के शुभ दिन पर संदेश भेजा है, प्रेम भाईचारे का संदेश भेजा है, आपके जीवन में खुशहाली का संदेश भेजा है। आज थोड़ा बारिश हो रही थी, थोड़ा मुश्किल था, लेकिन मैंने कहा कि वैसाखी के दिन पे गुरुद्वारे में जाके मत्था टेकना और गुरु का आशीर्वाद लेना, अपने लोगों से मिलना, उसमें अपने आप एक आत्मीयता है, एक अलग उसकी महत्ता है। इसलिए मैं आपके सामने आया हूँ। आज बैसाखी के अलावे हिंदुस्तान में, भारत में कोने कोने में, बंगाल में, असम में बिहू, बंगाल में पोइला बैसाख, तमिलनाडु में मुतंडू, भारत के हर कोने कोने में अपने अपने क्षेत्र में लोग नया साल, नया वर्ष मना रहे हैं। और इन सभी कार्यक्रम पे, त्योहार पे मैं आप सबको अपनी तरफ से बहुत बहुत बधाई, बहुत बहुत धन्यवाद देता हूँ। बोले सोनेहा, बोले सोनिया। मैं डॉक्टर परमजीत सिंह जी ਨੂੰ ਬੇਨਤੀ ਕਰਾਂਗਾ ਜੋ ਗੁਰੂ ਘਰ ਦਾ ਜੋ ਸਨਮਾਨਿਤ ਹੈ ਉਹ ਇਹਨਾਂ ਨੂੰ बोले सोनिया, बोले सोनिहाल। ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਕੱਤਰ ਹੋਈ ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮੇਰੇ ਤੋਂ ਪਹਿਲਾਂ ਵੱਖ-ਵੱਖ ਵਿਦਵਾਨਾਂ ਨੇ ਔਰ ਬੁਲਾਰਿਆਂ ਨੇ ਆਪ ਜੀ ਨੂੰ ਪੇਸ਼ ਦੇਣ ਦੀ ਮਹੱਤਤਾ ਬਾਰੇ ਦੱਸਿਆ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਪਰਉਪਕਾਰੀ ਸਿਧਾਂਤ ਰਾਹੀਂ ਸਾਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦਾ ਰੁਤਬਾ ਦਿੱਤਾ ਔਰ 231 ਸਾਲ ਗੁਰੂ ਨਾਨਕ ਦੀ ਬਾਣੀ ਰਾਹੀਂ ਪ੍ਰਚਾਰ ਪ੍ਰਸਾਰ ਕਰਦਿਆਂ ਦਸਮ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵਿਸਾਖੀ ਦਾ ਤਿਉਹਾਰ ਪਹਿਲਾਂ ਮਨਾਇਆ ਜਾਂਦਾ ਸੀ, ਉਸ ਨੂੰ ਖਾਲਸੇ ਦੀ ਸਿਰਜਣਾ ਕਰਕੇ ਇੱਕ ਨਵਾਂ ਕੌਮ ਜਿਹੜੀ ਆ ਉਹ ਸਿਰਜੀ। ਕੌਮ ਹੀ ਨਹੀਂ ਸਿਰਜੀ, ਸਾਨੂੰ ਪੰਜ ਕਕਾਰੀ ਰਹਿਤ ਔਰ ਜਿਹੜੀ ਪੰਜ ਪ੍ਰਧਾਨੀ ਅਗਵਾਈ ਆ ਉਹ ਵੀ ਬਖਸ਼ੀ ਹੈ। ਸੋ ਮੈਂ ਅੱਜ ਦੇ ਦਿਨ 'ਤੇ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਗੁਰੂ ਨਾਨਕ ਦਰਬਾਰ ਵਿੱਚ ਜੁੜੀਆਂ ਸਮੂਹ ਸੰਗਤਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਸਾਨੂੰ ਬੜੀ ਫਖਰ ਦੀ ਗੱਲ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਅੱਜ ਸਾਡੀ ਖੁਸ਼ੀ ਮਨਾਉਣ ਵਾਸਤੇ ਇੱਥੇ ਆਏ ਹੋਏ ਨੇ ਔਰ ਆਪਣਾ ਵਿਚਾਰ ਸਾਰਾ ਪੇਸ਼ ਕੀਤਾ ਹੈ। ਮੈਂ ਬੇਨਤੀ ਕਰਾਂਗਾ ਰਣਧੀਰ ਜੱਸੋਵਾਲ ਜੀ ਨੂੰ, ਇੰਡੀਅਨ ਕੌਂਸੂਲੇਟ ਨੂੰ, ਜੋ ਗੁਰੂ ਘਰ ਵੱਲੋਂ ਜੋ ਸਨਮਾਨਿਤ ਪੱਤਰ ਹੈ ਉਹ ਇਹਨਾਂ ਨੂੰ ਇਸ ਰਾਹੀਂ ਨਵਾਜਣ। ਬੋਲੇ ਸੋਨਿਆਲ। ਸਾਡੇ ਪਾਸ ਜੋ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ श्रीनगर वाले वो भी पहुंच चुके ने, जे नेड़े तेड़े आ गए ने तो वो भी स्टेज ते 1 मिनट वास्ते आ जान तो उन्होंने तो पहले वो एक सन्मानित जो एक फोटो है सारे लै लेने, एक यादगार रह जाएगी। साढ़े पंथ के महान कीर्तनीय भाई साहब भाई हरजिंदर सिंह जी श्रीनगर वाले आ जाओ इधर। मैं उन्होंने जी आया तो फतेह बुलांदा। वाहिगुरू जी का खालसा वाहिगुरू जी की फतेह। बोले सोनेहाल, बोले सोनेहाल। सो धन्यवाद, सब का धन्यवाद। इस वक्त जो समृता बेटी जी स्टेज से सजे ने एक शब्द की हाज़री भरनगे 2-4 मिनट वास्ते। उस तो उपरंत भाई साहब भाई हरजिंदर सिंह जी श्रीनगर वाले आप जी को कीर्तन राही निहाल करनगे। झिम झिम बरसे अमृत तारा मन पीवे सुन शब्द विचार। झिम झिम बरसे अमृत Good evening. Happy Vaisakhi. Happy New Year. I know that, my name is John Kamen, and yes, I'm running for Congress, but I serve in Suffolk County as Deputy County Executive, and I served as North Hempstead Town Supervisor in Nassau County. And I work for the governor, and I've been in government, and I understand how important it is to maintain our identity. And 300 years ago, when we learned that if you have a turban and a beard and a sword, you maintain an identity as a Sikh, and you stand for dignity and loyalty and protection and family and community and trust.
And so, for years, we carried this on. And I say we because all of us in this country who are here now have come from somewhere else. And all of us strive to keep our identity. And so now as I run to represent us in our National Congress, I'm proud and honored to be so much part of your tradition, of our country, of our community, with good friends. And notably, when we talk about identity and learning of identity, Mahinder Singh, I would just point out, is the first person in the county executive's office of Suffolk County to wear a turban. He is a director. He is with us in Suffolk County in the county executive's office, representing 1.5 million people. The only official in Suffolk County and Nassau County, Long Island, with a turban, and that's because he and our friends and those of you who came to us and said we need to be represented. Identity is more than just asking for votes. It's putting people in power and authority who are talented and committed and honest. So thank you, Mahinder Taneja, for your service. Thank you to all of my friends here, and thank you for your words and your books and your the education of being a teacher as well. So thank you. थैंक यू जॉन कैन मैं बेनती करांगा पंथ के महान कीर्तनीय भाई हरजिंदर सिंह जी जो साढ़े कोल ने उन्होंने बेनती करांगा जो जॉन कैन नूं जो गुरु घर की बख्शिश है सिरों पावराई धन्यवाद बोले सोनिया धन्यवाद जी तुहाडा और थैंक यू जॉन कैन थैंक यू एवरीबॉडी वाहिगुरू जी का खालसा वाहिगुरू जी की